जल्द ही हिमाचल तो पंजाब ਅਤੇ पंजाब तो हिमाचल नंगल विचों हो के गुजरन वाले वाहन चालकां नूं मिलेगी राहत। हलका विधायक सरदार हरजोत सिंह बैंस ਦੇ ਪ੍ਰयाਸ ਸਦਕਾ 31 ਜੁਲਾਈ ਨੂੰ ਬਹੁ ਕਰੋੜੀ ਫਲਾਈਓਵਰ ਦੀ ਆਖਰੀ ਸਲੈਬ ਦੀ ਪਾ ਦਿੱਤੀ ਗਈ। ਫਲਾਈਓਵਰ ਉੱਪਰ ਆਖਰੀ ਸਲੈਬ ਪਾਉਣ ਦੇ ਮੌਕੇ ਕਰਮਚਾਰੀਆਂ ਵੱਲੋਂ ਪੂਜਾ ਅਰਚਨਾ ਕੀਤੀ ਗਈ, ਜਿਸ ਵਿੱਚ ਹਲਕਾ ਵਿਧਾਇਕ ਵੀ ਮੌਕੇ ਤੇ ਮੌਜੂਦ ਰਹੇ। ਬਰਸਾਤ ਕਰਕੇ ਭਾਰੀ ਮੌਸਮ ਦੀ ਖਰਾਬੀ ਅਤੇ ਤੇਜ਼ ਮੀਂਹ ਦੇ ਚਲਦਿਆਂ ਫਲਾਈਓਵਰ ਦੇ ਨਿਰਮਾਣ ਕਾਰਜ ਵਿੱਚ ਭਾਰੀ ਰੁਕਾਵਟ ਵੀ ਆਈ, ਪਰ ਹਲਕਾ ਵਿਧਾਇਕ ਵੱਲੋਂ ਫਲਾਈਓਵਰ ਦਾ ਨਿਰਮਾਣ ਕਰਨ ਵਾਲੀ ਕੰਪਨੀ ਦੇ ਕਰਮਚਾਰੀਆਂ ਅਤੇ ਪ੍ਰਸ਼ਾਸਨ ਨਾਲ ਲਗਾਤਾਰ ਬਣਾਏ ਗਏ ਰਾਬਤੇ ਦੇ ਚਲਦਿਆਂ ਹੀ ਆਖਰੀ ਸਲੈਬ ਪਾਉਣ ਵਿੱਚ ਸਫਲਤਾ ਹਾਸਿਲ ਹੋਈ। ਤੁਹਾਨੂੰ ਇੱਥੇ ਦੱਸ ਦਈਏ ਕਿ ਆਖਰੀ ਸਲੈਬ ਪਾਉਣ ਦੇ ਮੌਕੇ ਹਲਕਾ ਵਿਧਾਇਕ ਸਰਦਾਰ ਹਰਜੋਤ ਸਿੰਘ ਬੈਂਸ ਤੇ ਉਹਨਾਂ ਦੀ ਟੀਮ ਪੂਰੇ ਸਮੇਂ ਦੇਰ ਰਾਤ ਤੱਕ ਮੌਕੇ ਤੇ ਮੌਜੂਦ ਰਹੀ। ਕਾਰਜ ਪੂਰਾ ਹੋਣ ਤੇ ਹਰ ਇੱਕ ਸ਼ਖਸ ਦੇ ਚਿਹਰੇ ਤੇ ਮੁਸਕਰਾਹਟ ਨਜ਼ਰ ਆਈ। ਵੇਖੋ ਪੂਰੀ ਰਿਪੋਰਟ। ਪੀਬੀ ਪ੍ਰਾਈਮ ਅਪਡੇਟ ਲਈ ਗਗਨ ਭਮਰਾ ਦੀ ਰਿਪੋਰਟ। ਔਰ ਅੱਜ ਸਮਾਂ ਲਗਭਗ 7:45 ਕਿੰਨਾ ਇੰਨਾ ਕੀ ਹੋਇਆ ਜਿਹੜਾ ਲੰਬੇ ਸਮੇਂ ਤੋਂ ਇੱਕ ਬੜਾ ਅਟਕਿਆ ਹੋਇਆ ਕੰਮ ਸੀ, ਅੱਜ ਉਹਦੀ ਲਾਸਟ ਸਲੈਬ 12 ਵਜੇ ਤੋਂ ਪਹਿਲੇ 31 ਜੁਲਾਈ ਤੋਂ ਪੈ ਜਾਏਗੀ। ਸਵੇਰ ਨੂੰ ਲੋਕ ਇਹਦੇ ਪਰ ਪੈਦਲ ਸੈਰ ਕਰ ਸਕਦੇ ਨੇ। ਜਿਹੜੇ ਲੋਕ ਕਹਿੰਦੇ ਸੀ ਉਹਨਾਂ ਦੀ ਮੈਂ ਤੁਹਾਨੂੰ ਗੱਲ ਦੱਸਦਾ। ਪੂਰੇ ਪੰਜਾਬ ਦੇ ਵਿੱਚ ਇੱਕ ਪਾਸੇ ਲੋਕ ਨਿੰਮਲੀਆਂ ਪਾਉਂਦੇ ਸੀ ਕਿ ਬਾੜ ਬਹੁਤ ਪੰਜਾਬ 'ਚ ਆ ਗਿਆ, ਹੜ੍ਹ ਬਹੁਤ ਆ ਗਏ, ਰੱਬਾ ਰੱਬਾ ਬਰਸਾਤ ਨਾ ਕਰਵਾਈਓ, ਵਰਖਾ ਰੁਕ ਜਾਏ। ਪਰ ਦੂਜੇ ਪਾਸੇ ਕੁਝ ਲੋਕ ਸ਼ਰਾਰਤੀ ਜਿਹੜੇ ਅੱਜ ਬੜੇ ਸਾਡੇ ਵਾਸਤੇ ਚੈਲੰਜ ਕਰਦੇ, ਉਹ ਆਪਣੇ ਵਿਹੜੇ 'ਚ ਮੋਰ ਨਚਾਉਂਦੇ ਸੀ, ਬਾਂਦਰਾਂ ਨੂੰ ਬੱਬਰੂ ਪਾਉਂਦੇ ਸੀ ਕਿ ਵਰਖਾ 31 ਜੁਲਾਈ ਤੱਕ ਨਾ ਹਟੇ ਤਾਂ ਜੋ ਕੰਮ ਰੁਕ ਜਾਏ। ਉਹ ਜ਼ੁਬਾਨ ਤੋਂ ਕੁਝ ਹੋਰ ਕਰਦੇ ਸੀ, ਪਰ ਉਹਨਾਂ ਦੇ ਮਨ ਵਿੱਚ ਕੁਝ ਹੋਰ ਗੱਲ ਸੀ। ਅਸੀਂ ਉਹਨਾਂ ਦੀ ਪੀੜ ਤੇ ਟੀਸ ਜਾਣਦੇ ਸੀ। ਸੋ ਕੋਈ ਗੱਲ ਨਹੀਂ, ਅੱਜ ਜਿਹੜਾ ਪ੍ਰੋਗਰਾਮ ਹੈ, ਇਸ ਜਿਹੜਾ ਵੈਨ ਸਾਹਿਬ ਇੱਥੇ ਆਏ ਨੇ, ਅੱਜ ਉਹ ਸਲੈਬ ਪਵਾ ਕੇ ਜਾਣਗੇ। ਸੋ ਸਾਰੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਥੋੜੀ ਕੁਝ ਲਫ਼ਜ਼ ਵੀ ਬੋਲੇ, ਕੋਈ ਗੱਲ ਨਹੀਂ। ਸੋ ਸਾਰੀ ਦੁਨੀਆ ਦਾ ਧੰਨਵਾਦ। ਸਾਰੇ ਕੰਪਲੀਟ ਜਿਹੜਾ ਥਰਡ ਰਹਿੰਦਾ ਸੀ, ਅੱਜ ਲਾਸਟ ਸਲੈਬ 12 ਵਜੇ ਤੱਕ ਪੈ ਜਾਏਗੀ ਔਰ ਬੜੀ ਫਾਸਟ ਕੰਮ ਚੱਲ ਰਿਹਾ। 3 ਦਿਨ ਤੋਂ ਲਗਾਤਾਰ ਲਗਭਗ 60 ਦੇ ਕਰੀਬ ਲੋਕ ਕੰਮ ਕਰਦੇ ਸੀ। ਅੱਜ ਪੂਰਾ ਜਿਹੜਾ ਗਾਜੇ ਕੰਮ ਮੁਕਾ ਕੇ ਆਪਾਂ ਇੱਥੇ ਜਾਵਾਂਗੇ। ਜਿਹੜਾ ਕੁਸ਼ਟ ਆਸ਼ਰਮ ਦਾ ਕੰਮ ਹੈ ਉਹ ਵੀ ਚੱਲ ਰਿਹਾ। ਜਿਵੇਂ ਇੱਥੋਂ ਕੰਮ ਖਤਮ ਹੋਏਗਾ, ਕੁਸ਼ਟ ਆਸ਼ਰਮ ਦੀ ਜਿਹੜੀ ਸੜਕ ਪੈਂਡਿੰਗ ਹੈ ਉਹ ਵੀ ਬਣ ਜਾਏਗੀ। ਪਰਲੇ ਪਾਸੇ ਜਿਹੜਾ NFL ਦਾ ਚੌਂਕ ਵੱਲ ਜਾ ਰਹੀ ਹੈ ਉਹ ਵੀ ਬਣ ਜਾਏਗੀ। ਜਿਹੜਾ ਪਰਲੇ ਪਾਸੇ ਜਿਹੜਾ ਰੇਲਵੇ ਕ੍ਰੋਸਿੰਗ ਅਜੋਲੀ ਵਾਲਾ ਸੀ ਉਹ ਕੰਪਲੀਟ ਹੋ ਚੁੱਕਾ। ਸੋ ਸਾਰੇ ਸਾਡੇ ਹਲਕਾ ਨਿਵਾਸੀਆਂ ਨੂੰ, ਪੰਜਾਬ ਤੋਂ ਆਉਣ ਵਾਲੇ ਲੋਕਾਂ ਨੂੰ, ਚੰਡੀਗੜ੍ਹ ਤੋਂ ਆਉਣ ਵਾਲੇ ਲੋਕਾਂ ਨੂੰ, ਦਿੱਲੀ ਤੋਂ ਆਉਣ ਵਾਲੇ ਲੋਕਾਂ ਨੂੰ ਇਸ ਗੱਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ, ਜਿਹਦੇ ਨਾਲ ਸਾਡੇ ਜਿਹੜਾ ਨੰਗਲ ਦਾ ਉਹ ਸ਼ਹਿਰ ਦਾ ਇੱਕ ਬੜਾ ਰਸ਼ ਪੈਂਦਾ ਸੀ, ਉਹ ਸਾਡਾ ਬਚ ਗਿਆ। ਸਾਡੇ ਖੂਬਸੂਰਤ ਸ਼ਹਿਰ ਨੰਗਲ ਦੀ ਜਿਹੜਾ ਪਿਛਲੇ ਕਈ ਦਹਾਕਿਆਂ ਤੋਂ ਸਾਲ ਦਰ ਸਾਲ ਉਜੜਦਾ ਹੀ ਆਇਆ, ਉਸ ਦੀ ਇੱਕ ਗੱਲ ਹੋਰ ਮੁਸੀਬਤ ਪਾ ਦਿੱਤੀ ਸੀ। ਜਿਹੜਾ ਕਈ ਪਿਛਲੇ 6 ਸਾਲਾਂ ਤੋਂ ਇਹ ਫਲਾਈਓਵਰ ਦੇ ਨਾਮ ਦੇ ਉੱਤੇ ਪਤਾ ਨਹੀਂ ਕਿੰਨੀਆਂ ਕੀਮਤੀ ਜਾਨਾਂ, ਕਿੰਨਿਆਂ ਹਜ਼ਾਰਾਂ ਕਰੋੜ ਦਾ ਲੀਟਰ ਡੀਜ਼ਲ, ਪੈਟਰੋਲ, ਹੋਰ ਪਤਾ ਨਹੀਂ ਕਿੰਨੇ ਲੋਕਾਂ ਨੇ ਇੱਥੇ ਖੜ ਕੇ ਆਪਣੀਆਂ ਨੌਕਰੀਆਂ, ਹੋਰ ਪਤਾ ਨਹੀਂ ਕੀ ਕੁਛ, ਐਂਬੂਲੈਂਸਾਂ ਫਸੀਆਂ ਰਹੀਆਂ। ਇਲ ਪਲੈਨਡ, ਵਿਦਆਊਟ ਪਲੈਨਡ, ਬਿਨਾਂ ਕਿਸੇ ਪਲੈਨਿੰਗ ਤੋਂ ਇਹ ਫਲਾਈਓਵਰ ਦੀ ਸ਼ੁਰੂਆਤ ਕੀਤੀ ਗਈ। 2018 'ਚ ਸ਼ੁਰੂ ਹੋਇਆ, ਬੰਨਾ 2020 ਦੇ ਵਿੱਚ ਸੀਗਾ। 2020 ਤੋਂ ਲੈ ਕੇ 2022 ਤੱਕ ਮੇਰਾ ਦਾਅਵਾ ਹੈ ਕਿਸੇ ਦਾ ਵੀ ਕੋਈ ਇੱਕ ਚਿੱਠੀ, ਜਿਹੜੇ ਅੱਜ ਮੈਂ ਹੁਣ ਉਹ ਸ਼ਬਦਾਵਲੀ ਦਾ ਯੂਜ਼ ਨਹੀਂ ਕਰਨਾ ਚਾਹੁੰਦਾ, ਜਿਹੜੇ ਅੱਜ ਦਾਅਵੇ ਕਰਦੇ ਆ, ਬਕਵਾਸ ਕਰਦੇ ਆ, ਪੌਮੀ ਟੋਮੀ ਸਾਰੇ ਜਿਹੜੇ ਹੈਗੇ, ਇਹਨਾਂ ਦੇ ਵੀ ਇੱਕ ਚਿੱਠੀ ਹਰਜੋਤ ਬੈਂਸ ਦਾ ਦਾਅਵਾ ਹੈ ਦਿਖਾ ਦੇਣ। ਇਸੇ ਫਲਾਈਓਵਰ ਦੇ ਵਿੱਚੋਂ ਇੱਥੋਂ ਲੁੱਟਾਂ ਹੋਈਆਂ। ਇਸ ਕੰਪਨੀ ਦਾ ਕੰਮ ਇਸ ਕਰਕੇ ਡਿਲੇ ਹੋਇਆ ਕਿ ਜੀ ਚਾਹੁੰਦੇ ਸੀ ਕਿ ਸਿਰਫ ਸਾਡੇ ਹੀ ਜਵਾਈ ਦਾ ਮਾਲ ਇੱਥੇ ਆਵੇ। ਉਦੋਂ ਕੋਈ ਨਹੀਂ ਬੋਲਿਆ, ਕਿਸੇ ਨੇ ਚੂੰ ਨਹੀਂ ਕੀਤੀ। ਕਿੱਥੇ ਸੀ? ਕੋਈ ਕਾਉਂਸਲ 'ਚ ਮੁੱਦਾ ਨਹੀਂ, ਕੋਈ ਕੁਛ ਨਹੀਂ। ਪਾਵਰ ਸੀ ਤੁਹਾਡੇ ਕੋਲ ਯਾਰ, ਮੈਂ ਵੀ ਮੰਤਰੀ ਹਾਂ, ਤੁਸੀਂ ਸਪੀਕਰ ਸੀ, ਕਰਾ ਲੈਂਦੇ ਕੁਛ। ਇੱਕ ਵਾਰੀ ਕੁਛ ਨਹੀਂ। ਜਦੋਂ ਦੇ ਬਣਿਆ ਪੁੱਛ ਕੇ ਦੇਖ ਲਓ ਕੰਪਨੀ ਵਾਲਿਆਂ ਨੂੰ। ਯਾਨੀ ਕੰਪਨੀ ਦਾ ਵੀ ਧੂੰਆਂ ਕੱਢਿਆ ਹੋਇਆ, ਅੜ ਕੇ ਲੜ ਕੇ ਰੇਲਵੇ ਫਾਟਕ ਦੀਆਂ ਪਰਮਿਸ਼ਨਾਂ ਹਰਜੋਤ ਬੈਂਸ ਨੇ ਕਰਾ ਕੇ ਦਿੱਤੀਆਂ। ਰੇਲਵੇ ਦੇ ਬਲਾਕ ਇੱਕ ਅਧਿਕਾਰੀ ਤੋਂ ਲੈ ਕੇ ਰੇਲਵੇ ਮਿਨਿਸਟਰ ਤੋਂ ਲੈ ਕੇ ਥੱਲੇ ਤੱਕ ਮੈਂ ਕਰਾ ਕੇ ਦਿੱਤੇ। ਕੁਸ਼ਟ ਆਸ਼ਰਮ ਲੋਕ ਕਹਿੰਦੇ ਸੀ ਇਹ ਤਾਂ ਖੜ ਕੇ ਵੀ ਤਮਾਸ਼ਾ ਦੇਖਦੇ ਸੀ ਵੀ ਇਹ ਵੀ ਸ਼ਿਫਟ ਨਹੀਂ ਹੋਣਾ, ਉਹ ਵੀ ਕੁਸ਼ਟ ਆਸ਼ਰਮ ਸ਼ਿਫਟ ਕਰਾਇਆ। ਅੱਜ ਵੀ ਮਾਨਸਿਕਤਾ ਦੇਖੋ, ਇੰਨੀ ਭਾਰੀ ਬਰਸਾਤਾਂ ਆਈਆਂ, ਪਤਾ ਇੱਥੋਂ ਅਸੀਂ ਮਸ਼ੀਨਰੀ ਵੀ, ਸਾਨੂੰ ਇੱਦਾਂ ਦਾ ਵਕਤ ਵੀ ਆ ਗਿਆ ਸੀ ਜੁਲਾਈ 'ਚ ਜਦੋਂ ਇੱਥੋਂ ਮਸ਼ੀਨਰੀ ਸ਼ਿਫਟ ਕਰਕੇ ਕੋਈ ਰਾਹਤ ਸਮੱਗਰੀ ਦੇ ਉੱਤੇ ਵੀ ਲਾਣੀ ਪਈ। ਬਰਸਾਤਾਂ ਅੱਜ ਤਮਾਸ਼ਾ ਦੇਖਣ ਦਾ ਅੱਛਾ ਜੀ ਨਹੀਂ ਬਣ। ਸੋਚ ਦੇਖੋ, ਇੰਨੀ ਮਾੜੀ ਸੋਚ, ਇੰਨੀ ਘਟੀਆ ਸੋਚ, ਪਰ ਫਿਰ ਵੀ ਰੱਬ ਇਹਨਾਂ ਨੂੰ ਤਰੱਕੀ ਦੇਵੇ, ਮਹਾਮਾਈ ਇਹਨਾਂ 'ਤੇ ਵੀ ਕਿਰਪਾ ਕਰੇ। ਮੈਂ ਤਾਂ ਜਦੋਂ ਮੈਨੂੰ ਕੋਈ ਬੰਦੇ ਕਹਿੰਦੇ ਆ
ਕਹਿੰਦੇ ਜੀ ਤੁਹਾਨੂੰ ਕੋਈ ਫਰਕ, ਮੈਂ ਕਿਹਾ ਨਹੀਂ। ਮੈਂ ਕਿਹਾ ਜਦੋਂ ਜਦੋਂ ਬੋਲਦੇ ਨੇ ਮੇਰੀ ਜੀਵਨ 'ਚ ਮੇਰੀ ਤਰੱਕੀ ਹੋਈ ਹੈ। ਮੈਨੂੰ ਪਰਮਾਤਮਾ ਨੇ ਇੱਕ ਆਮ ਘਰ ਦੇ ਨੌਜਵਾਨ ਨੂੰ, ਨਾ ਮੇਰੀ ਉਦੋਂ ਔਕਾਤ ਸੀ ਨਾ ਮੇਰੀ ਅੱਜ ਹੈ, ਮੈਨੂੰ ਮੰਤਰੀ ਬਣਾਤਾ। ਦੁਨੀਆ 'ਚ ਇੱਜ਼ਤ ਹੈ ਜਦੋਂ ਅਸੀਂ, ਤੇ ਮਾਣ ਇਸ ਗੱਲ ਦਾ ਕਿ ਮੁੱਖ ਮੰਤਰੀ ਸਾਹਿਬ ਦੇ ਆਸ਼ੀਰਵਾਦ ਦੇ ਨਾਲ ਉਹ ਕਰਕੇ ਦਿਖਾਤਾ। ਅਗਰ ਉਹੀ ਟੀਚਰ ਅੱਜ ਧਰਨਾ ਲਾਉਣ ਆਏ ਹੁੰਦੇ ਇੱਥੇ ਤਾਂ ਸਭ ਤੋਂ ਮੋਹਰੇ ਵੀ ਆ ਹੁੰਦੇ ਨੇ, ਪਰ ਕਿਸੇ ਨੇ ਚੂੰ ਨਹੀਂ ਕੀਤੀ ਕਿ ਹਾਂ ਜੀ ਵਧੀਆ ਕੰਮ ਹੋਇਆ ਪੂਰੇ ਪੰਜਾਬ 'ਚ। ਅਗਰ ਕੋਈ ਐਕਸੀਡੈਂਟ ਹੋ ਜਾਵੇ ਉੱਥੇ ਪਹੁੰਚ ਜਾਓ, ਉੱਥੇ 'ਚ ਨਾ ਪਰਿਵਾਰ ਨਾਲ ਸਹਾਨੁਭੂਤੀ, ਨਾ ਜਿਹਦੀ ਮੌਤ ਹੋਈ ਉਹਦੇ ਨਾਲ ਸਹਾਨੁਭੂਤੀ। ਕਰਨਾ ਕੀ ਹੈ, ਹਰਜੋਤ ਮੈਂ ਸੈਂਟ ਮੁਰਦਾਬਾਦ ਕਰ ਦੋ, ਕੋਈ ਬਹਾਨਾ ਵੀ ਇਹਨੂੰ ਕਿਸੇ ਤਰੀਕੇ ਨਾਲ ਕੋਈ। ਪਰ ਮਹਾਮਾਈ ਨੇ ਮੌਕਾ ਦਿੱਤਾ, ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਅਸੀਂ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਰਵਾਂਗੇ। ਸਾਡਾ ਰੱਬ ਜਾਣਦਾ, ਮੇਰਾ ਪਰਮਾਤਮਾ ਜਾਣਦਾ ਕਿ ਇਸ ਫਲਾਈਓਵਰ ਦੇ ਲਈ ਕੀ ਯੋਗਦਾਨ ਹੈ, ਸਾਡੀ ਸਾਰੀ ਟੀਮ ਦਾ, ਡਾਕਟਰ ਸਾਹਿਬ ਸਾਰੇ। ਅਗਰ ਕੋਈ ਚੰਗਾ ਹੁੰਦਾ ਨਾ ਜੀ, ਤੁਸੀਂ ਵੀ ਤਾਂ ਕਾਉਂਸਲਰ ਹੋ, ਆ ਜਾਂਦੇ ਇੱਥੇ, ਕੋਈ ਚਿੱਠੀ ਲਿਖਾ ਦਿਓ, ਕੋਈ ਮਤਾ ਦਿਖਾ ਦਿਓ, ਬਸ ਨਹੀਂ ਸਿਰਫ ਧਰਨਾ ਲਾਣਾ। ਵੀਰੋ ਹੁਣ ਵੀ ਤਕਲੀਫ ਹੈ ਉਹਨਾਂ ਨੂੰ ਕਿ ਅੱਛਾ ਜੀ ਕੋਈ ਨਾ ਕੋਈ ਕਮੀ ਰਹਿ ਜੇ, ਕੋਈ ਕਰੇ, ਬਸ ਅਸੀਂ ਰੌਲਾ ਪਾਈਏ। ਪਰ ਇਹ ਮਾਨਸਿਕਤਾ ਲੰਬੇ ਸਮੇਂ ਨਹੀਂ ਚੱਲਦੀ। ਅੱਜ ਇੱਕ ਬਹੁਤ ਵੱਡੀ ਜਿਹੜੀ ਰਾਹਤ ਨੰਗਲ ਨੂੰ ਇਹ ਹੈ ਕਿ ਅੱਜ ਇਹਦਾ ਜਿਵੇਂ ਕਹਿੰਦੇ ਆ ਜਦੋਂ ਮਕਾਨ ਦਾ ਲੈਂਟਰ ਪੈ ਜੇ ਤਾਂ ਛੱਤ ਬਣ ਜਾਂਦੀ ਹੈ, ਬਾਕੀ ਕੰਮ ਹੈ। ਅੱਜ ਇਸ ਫਲਾਈਓਵਰ ਦਾ ਤੇ ਮੈਨੂੰ ਬੜੀ ਚਿੰਤਾ ਸੀ, ਵਿੱਚ ਇੱਦਾਂ ਦੇ ਹਾਲਾਤ ਵੀ ਸੀ ਕਿ ਉਹਲੇ ਐਂ ਲੱਗਦਾ ਸੀ ਸ਼ਾਇਦ ਵਿੱਚ ਹੀ ਨਾ ਲਟਕ ਜਾਵੇ। ਕੰਪਨੀ ਨਾਲ ਇੱਕ ਦੋ ਇਨਸੀਡੈਂਟ ਦੇਸ਼ 'ਚ ਹੋਏ ਤਾਂ ਇੱਦਾਂ ਦਾ ਵੀ ਮੌਕਾ ਹੈ ਕਿ ਸ਼ਾਇਦ ਇਹ ਸਾਰੀ ਉਮਰ ਤੇ, ਬਟ ਅੱਜ ਅਸੀਂ ਇੱਕ ਵੱਡੀ ਮਹਾਮਾਈ ਦੀ ਕਿਰਪਾ ਨਾਲ ਇੱਕ ਸਫਲਤਾ ਹੋਈ ਹੈ। ਤੀਜਾ ਸਲੈਬ ਤੁਹਾਡੇ ਨਾਲ ਸਾਹਮਣੇ ਪੈ ਰਿਹਾ। ਡੈਡਲਾਈਨ ਸੀ ਇਹਨਾਂ ਨੂੰ ਕਿਹਾ ਸੀ 31 ਜੁਲਾਈ ਨੂੰ, ਹਰ ਹਾਲਤ 12 ਵਜੇ ਤੋਂ ਪਹਿਲਾਂ, ਜੇ ਨਹੀਂ ਹੋਗਾ ਮੈਂ ਆਪ ਆ ਕੇ ਇੱਥੇ ਬਹਿ ਜਾਣਾ। ਅਤੇ ਮੈਨੂੰ ਇਹ ਹੈ ਕਿ ਫਿਰ ਵੀ ਇਸ ਜੁਲਾਈ ਦੇ ਮੌਸਮ, ਇਸ ਮਹੀਨੇ ਦੇ ਵਿੱਚ ਜਿੱਥੇ ਘੱਟੋ ਘੱਟ ਮੇਰੇ ਹਿਸਾਬ ਨਾਲ 20 ਦਿਨ ਤੱਕ ਕੰਮ ਹੀ ਨਹੀਂ ਹੋ ਸਕਿਆ ਬਰਸਾਤਾਂ ਕਰਕੇ, ਭਾਰੀ ਬਾਰਿਸ਼ ਕਰਕੇ, ਅਤੇ ਇੱਥੋਂ ਸਾਨੂੰ ਵੀ ਮਸ਼ੀਨਰੀ ਵੀ ਸ਼ਿਫਟ ਕਰਨੀ ਪਈ ਸੀ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਇੱਥੋਂ ਮਸ਼ੀਨਰੀ ਸ਼ਿਫਟ ਕਰਕੇ ਹੋਰ ਜਗ੍ਹਾ 'ਤੇ ਲਾਈ। ਉਸ ਦੇ ਬਾਵਜੂਦ ਅਸੀਂ ਟਾਰਗੇਟ ਅਚੀਵ ਕੀਤਾ। ਅੱਜ ਇਹ ਲੈਂਟਰ ਪੈ ਗਿਆ। ਮੈਂ ਨੰਗਲ ਸ਼ਹਿਰ ਵਾਸੀਆਂ ਨੂੰ, ਆਪਣੇ ਸਾਰੇ ਹੀ ਹੋਰ ਵੀ ਬਹੁਤ ਸਾਰੇ ਹਿਮਾਚਲ ਦੇ ਲੋਕ ਵੀ ਇੱਥੋਂ ਚੰਡੀਗੜ੍ਹ ਜਾਂਦੇ ਨੇ, ਅਤੇ ਬਹੁਤ ਲੋਕਾਂ ਦੇ 2 ਸੂਬਿਆਂ ਦੀ ਇਹ ਲਾਈਫ ਲਾਈਨ ਆ। ਹਿਮਾਚਲ ਤੋਂ ਜਿਹਨੇ ਵੀ ਆਉਣਾ ਪੰਜਾਬ ਦੇ ਵਿੱਚ ਇੱਕ ਐਂਟਰੀ ਗੇਟਵੇ ਹੈ। ਮੈਂ ਦੱਸਣਾ ਚਾਹੂੰਗਾ ਅੱਜ ਮੇਨ ਜਿਹੜੀ ਸਲੈਬ ਉਹ ਪੈ ਗਈ, ਸਾਰਾ ਲੈਂਟਰ ਅੱਜ ਕੰਪਲੀਟ ਹੋ ਜਾਊਗਾ। ਤੁਸੀਂ ਇਹ ਲਾ ਲਓ, ਕੁਛ ਟੈਸਟ ਹੈ ਉਹ ਵੀ ਨਾਲ ਚਲਾਉਂਦੇ ਰਵਾਂਗੇ, ਅਤੇ 15 ਦਿਨ ਬਾਅਦ ਇਹ ਕਹਿੰਦੇ ਇਹਦਾ ਸ਼ਟਰਿੰਗ ਖੁੱਲ੍ਹ ਜੂਗੀ। ਦੋਨੋਂ ਪਾਸੇ ਦੀ ਅਪਰੋਚ, ਸੜਕਾਂ ਦੇ ਉੱਤੇ ਵੀ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ। ਤੁਸੀਂ ਸਭ 10-15 ਦਿਨ 'ਚ ਉਹ ਵੀ, ਯਾਨੀ ਅਗਲੇ 10-12-15 ਦਿਨ 'ਚ ਟੋਟਲ ਫਲਾਈਓਵਰ ਨੂੰ ਜਿਹੜਾ ਹੈ ਉਹ ਅਸੀਂ ਕਰ ਦਾਂਗੇ, ਅਤੇ ਇੱਕ ਬਹੁਤ ਵੱਡਾ ਰਿਸਪਾਈਟ, ਬਹੁਤ ਵੱਡੀ ਰਿਲੀਫ ਆਪਣੇ ਸ਼ਹਿਰ ਵਾਸਤੇ ਅਤੇ ਉਹ ਸਾਰੇ ਯਾਤਰੀਆਂ ਲਈ ਜੋ ਇੱਕ ਕੋਨੇ ਤੋਂ ਦੂਜੇ ਕੋਨੇ ਜਾਂਦੇ ਹੋਊਗਾ। ਪਰ ਜੀ ਦੇਖੋ, ਨੀਤਾਂ ਨੂੰ ਮੁਰਾਦਾਂ ਹੁੰਦੀਆਂ, ਕਈਆਂ ਅਰਬਾਂ ਖਰਬਾਂ ਹੋ ਕੇ ਵੀ ਅੱਜ ਉਹ ਲੋਕਾਂ ਨੂੰ ਫੋਨ ਕਰਦੇ ਫਿਰਦੇ ਨੇ, ਮੀਟਿੰਗ ਰਖਾ ਲਓ, ਘਰੇ ਬੁਲਾ ਲਓ। ਅਤੇ ਸਾਡੇ ਕੋਲ ਜੇ ਅਸੀਂ ਆਮ ਘਰਾਂ ਦੇ ਹੋ ਕੇ ਵੀ ਸਾਨੂੰ ਹੋਇਆ, ਨੀਤਾਂ ਨੂੰ ਮੁਰਾਦਾਂ ਹੁੰਦੀਆਂ। ਨੰਗਲ ਸ਼ਹਿਰ ਦੇ ਵਿੱਚ ਪਾਣੀ ਦੀ ਸਮੱਸਿਆ ਜੀ, ਕੋਈ ਨਹੀਂ ਜਾਂਦਾ। ਮੈਂ ਬਾਰ-ਬਾਰ ਇਹਨਾਂ ਨੂੰ ਹਮੇਸ਼ਾ ਕਹਿੰਦਾ, ਕਾਉਂਸਲ ਉੱਥੇ ਬਹਿ ਜਾਣਗੇ ਜੀ, ਅਸੀਂ ਆਪ ਫੜਕ ਅਸੀਂ ਬਣਾ ਦਾਂਗੇ। ਅਸੀਂ ਨੰਗਲ ਸ਼ਹਿਰ ਦੇ 60% ਘਰਾਂ ਨੂੰ ਪਾਣੀ ਦੀ ਦਿੱਕਤ ਹੈ, ਕੋਈ ਨਹੀਂ ਮੁੱਦਾ ਚੱਕਦਾ। ਅਸੀਂ ਲੱਗਿਆ ਕਿ ਨੰਗਲ ਸ਼ਹਿਰ ਨੂੰ ਨਹਿਰੀ ਪਾਣੀ ਮਿਲੇ, ਦੇਵਾਂਗੇ। ਸਾਲ 1.5 ਸਾਲ 'ਚ ਪ੍ਰੋਜੈਕਟ ਤਿਆਰ ਕਰਾ ਰਿਹਾ। ਨੰਗਲ ਸ਼ਹਿਰ ਸੀਵਰੇਜ ਦੀ ਦਿੱਕਤ ਹੈ, ਕੋਈ ਕਾਉਂਸਲਰ ਨਹੀਂ, ਕੋਈ ਕੁਛ ਨਹੀਂ, ਸਭ ਸਾਰਾ ਦਿਨ ਬਸ ਕੋਈ ਮੁੱਦਾ ਮਿਲ ਜਾਵੇ ਉੱਥੇ ਹਰਜੋਤ ਬੈਂਸ ਨੂੰ। ਨੰਗਲ ਸ਼ਹਿਰ ਦੀ ਸਟਰੀਟ ਲਾਈਟਾਂ, ਮਸ਼ਹੂਰ ਸਟਰੀਟ ਲਾਈਟਾਂ, ਉਹਦਾ ਹਾਲ ਤੁਸੀਂ, ਮੈਂ ਕਹਿੰਦੀ ਬਾਰ-ਬਾਰ, ਯਾਨੀ ਹੁਣ ਜਿਸ ਦਿਨ ਕਾਰਵਾਈ ਕਰਾਂਗੇ ਪਤਾ ਲੱਗੂਗਾ ਇਹਨਾਂ ਨੂੰ ਕੀ ਹੁੰਦਾ। ਅਸੀਂ ਬਾਰ-ਬਾਰ ਕਹਿ ਕੇ ਦੇਖ ਲਿਆ, ਕੋਈ ਕੰਸਟਰਕਟਿਵ ਕੰਮ ਸ਼ਹਿਰ ਦੇ ਵਿੱਚ, ਕੋਈ ਕੰਸਟਰਕਟਿਵ ਕੰਮ ਨਹੀਂ ਕਰਨਾ। ਵੀ ਮੈਂ MLA, ਮੈਂ ਆਪਣੀ ਡਿਊਟੀ ਕਰ ਰਿਹਾ। ਵਿਧਾਨ ਸਭਾ 'ਚ ਮੇਰੀ ਪਰਫਾਰਮੈਂਸ ਦੇਖ ਲਓ। ਬਤੌਰ ਮਿਨਿਸਟਰ ਮੈਨੂੰ ਮੰਤਰੀ, ਮੇਰੇ ਮੁੱਖ ਮੰਤਰੀ ਸਾਹਿਬ ਨੇ ਬਣਾਇਆ, ਬਤੌਰ ਮਿਨਿਸਟਰ ਮੇਰੀ ਪਰਫਾਰਮੈਂਸ ਜੱਜ ਕਰ ਲਈ ਜਾਵੇ, ਬਤੌਰ MLA ਮੇਰੀ ਪਰਫਾਰਮੈਂਸ ਜੱਜ ਕਰ ਲਈ ਜਾਵੇ। ਵਿਧਾਨ ਸਭਾ ਦੇ ਵਿੱਚ ਕੋਈ ਮੁੱਦਾ ਚੱਕਣਾ ਹੋਵੇ, ਕਿਸੇ ਚੀਜ਼ ਦਾ ਜਵਾਬ ਦੇਣਾ ਹੋਵੇ, ਉਹਦੇ 'ਚ ਮੇਰੀ ਤੁਹਾਡੀ ਪਰਫਾਰਮੈਂਸ ਕੀ ਹੈ? ਤੁਹਾਡੇ ਕੋਲ ਸਭ ਤੋਂ ਜਿਹੜੀ ਨੰਗਲ ਦੀ ਸਭ ਤੋਂ ਮਸ਼ਹੂਰ ਕਾਉਂਸਲ ਸੀ, ਤੁਸੀਂ ਦਾ ਹਾਲ ਕੀ ਕਰਤਾ? ਤੁਸੀਂ ਅੱਜ ਨੰਗਲ ਰੋਜ਼ ਮੈਨੂੰ ਵਿਚਾਰੇ ਕਦੀ ਕਿਸੇ ਵਾਰਡ ਤੋਂ, ਕਦੀ ਕਿਸੇ ਵਾਰਡ ਤੋਂ, ਅਸੀਂ ਜਾ ਕੇ ਪਾਈਪ ਲਭਵਾ ਕੇ ਤੁਹਾਡੇ ਸਾਹਮਣੇ ਅਸੀਂ ਪਾਣੀ ਚਲਾਉਂਦੇ ਹਾਂ। ਤੁਸੀਂ ਨਹੀਂ ਘੁੰਮ ਸਕਦੇ। ਸਿਰਫ ਆਹ ਸਾਜ਼ਿਸ਼ਾਂ ਕਰਨੀਆਂ ਹੀ ਹੈ। ਅੱਛਾ ਜੀ, ਆਹ ਕਰਤਾ, ਉਹ ਕਰਤਾ, ਇਹ ਕਰਤਾ, ਸਿਰਫ ਸਾਜ਼ਿਸ਼ਾਂ ਕਰਨੀਆਂ ਹੀ ਆਉਂਦੀਆਂ। ਕਿਉਂ ਨਹੀਂ ਇੱਥੇ ਕਦੀ ਆਏ? ਅਸੀਂ ਸਫਾਈ ਮੁਹਿੰਮ ਕੀਤੀ ਸੀ, ਕੋਈ ਨਹੀਂ ਸਫਾਈ ਚੱਕਣ ਆਇਆ। ਹੁਣ ਅਸੀਂ ਕਵਾਂਗੇ ਪੌਦੇ ਲਾਣੇ ਆ ਇਸ ਮਹੀਨੇ, ਲਾਣ ਆ ਕੇ ਲਾਣ, ਚੰਗਾ ਕੰਮ ਕਰੋ ਯਾਰ। ਰਾਜਨੀਤੀ ਆਪਣੀ ਜਗ੍ਹਾ ਚੱਲਦੀ ਰਹਿੰਦੀ ਹੈ, ਮੁੱਦਿਆਂ ਦੇ ਉੱਤੇ ਘੇਰ ਲਿਓ, ਕੋਈ ਚੰਗੀ ਗੱਲ ਤੁਸੀਂ ਕੋਈ, ਪਰ ਸ਼ਹਿਰ ਵਾਸਤੇ ਤਾਂ ਇਕੱਠੇ ਹੋ ਜਾਓ। ਪਰ ਨਹੀਂ, ਅੱਜ ਉਹਨਾਂ ਦੇ ਹੁਣ ਵੀ ਕਿਤੇ ਬੈਠ ਕੇ ਨਾਲੇ ਤਾਂ ਹੁੰਦੇ ਨੇ, ਅੱਛਾ ਯਾਰ ਸਲੈਬ ਪੈਣ ਲੱਗ ਗਈ, ਦੁੱਖ ਹੁੰਦਾ ਹੋਣਾ, ਕੋਈ ਸਕੂਨ ਨਹੀਂ ਮਨਾਉਣਾ, ਉਹਨੀ ਸਕੂਨ ਨਹੀਂ, ਕਿਉਂਕਿ ਉਹਦੀ ਸੋਚ ਮਾੜੀ ਹੈ। ਪਰ ਮੈਂ ਫਿਰ ਕਹੂੰਗਾ ਕਿ ਨੀਤਾਂ ਨੂੰ ਬਹੁਤ ਮੁਰਾਦਾਂ ਹੁੰਦੀਆਂ। ਪਰਮਾਤਮਾ
ਇੰਨੀ ਕਿਰਪਾ ਕਰਦਾ ਜੀ, ਮੇਰੇ ਤੋਂ ਵੱਡੀ ਕੋਈ ਮਿਸਾਲ ਨਹੀਂ। ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਾਤਾ, ਇੰਨਾ ਕੁਝ ਦਿੱਤਾ ਮੇਰੇ ਮੌਲਾ ਨੇ। ਉਹ ਸਿਰਫ ਇਸ ਮੈਂ ਹੀ ਸੋਚਦਾ ਕਿ ਉਹ ਦੁਆਵਾਂ ਕਰਕੇ ਤੇ ਚੰਗੀ ਨੀਅਤ ਕਰਕੇ ਇਹ ਨਹੀਂ ਬੋਲਿਆ, ਉਹਨਾਂ ਮੈਂ ਹੋਰ ਉੱਤੇ ਚੜ੍ਹਿਆ ਤੇ ਮੈਨੂੰ ਆਸ ਹੈ ਕਿ ਇਦਾਂ ਹੀ ਬੋਲਦੇ ਰਹਿਣ ਤੇ ਮੈਂ ਇਦਾਂ ਹੀ ਤਰੱਕੀ ਕਰਦਾ ਰਹੂੰਗਾ। ਦੇਖੋ ਜੀ, ਦੇਖੋ ਇਹ ਸਭ ਅੱਜ ਪੰਜਾਬ ਦੇ ਵਿੱਚ ਇੱਕ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ। ਸਿਰਫ ਅਨੰਦਪੁਰ ਸਾਹਿਬ ਹਲਕੇ ਦੇ ਸਕੂਲਾਂ ਨੂੰ 50 ਕਰੋੜ ਰੁਪਏ ਦਾ ਪੈਕੇਜ ਲੈ ਕੇ ਆ ਰਹੇ। ਨੰਗਲ ਦੇ ਸਕੂਲਾਂ ਦੀ ਬੁਰੀ ਹਾਲਤ, ਇਹਨਾਂ 'ਚੋਂ ਕਦੀ ਕੋਈ ਨਹੀਂ ਗਿਆ। ਨੰਗਲ ਦੇ ਰੇਲਵੇ ਰੋਡ ਦੇ ਉੱਤੇ ਪਿਛਲੇ 1 ਸਾਲ ਤੋਂ ਇਹਨਾਂ ਨੂੰ ਪੁੱਛੋ, ਕਾਉਂਸਲ ਨੂੰ ਪੁੱਛੋ, ਕਿਸੇ ਨੇ ਚਿੱਠੀ ਲਿਖੀ। ਮੈਂ ਰੋਜ਼ ਲੜਦਾ BBMB ਨਾਲ, ਮੈਂ ਕਿਹਾ ਜੀ ਮੈਂ ਪੈਸੇ ਲਾਊਂਗਾ, 1 ਕਰੋੜ ਰੁਪਇਆ ਮੇਰੇ ਕੋਲ ਤਿਆਰ ਪਿਆ, ਜ਼ਮੀਨ ਦੇ ਦਿਓ, ਇੱਕ ਜ਼ਮੀਨ ਵੀ ਆਇਡੈਂਟੀਫਾਈ ਐਨਓਸੀ ਦੇ ਦਿਓ ਅਸੀਂ ਨੂੰ। ਕੋਈ ਨਹੀਂ ਬੋਲਦਾ ਜੀ। ਉਹਦੇ 'ਤੇ ਕਿਉਂ ਨਹੀਂ ਬੋਲਦੇ ਯਾਰ? ਬੋਲੋ ਉਹਦੇ 'ਤੇ। ਨੰਗਲ ਦੇ ਬੱਚਿਆਂ ਨੇ ਪੜ੍ਹਨਾ, ਪੈਸੇ ਲਾਉਣ ਨੂੰ ਮੇਰਾ ਮਹਿਕਮਾ ਕਦੀ DC, ਪਰ ਉਹਦੇ 'ਚ ਨਹੀਂ, ਬਸ ਕਨਫਿਊਜ਼। ਕਦੀ ਕਾਉਂਸਲ ਕਹਿੰਦੀ ਸਾਡੀ ਹੈ ਨਹੀਂ, ਕਦੀ BB ਨੇ। ਹੋਰ ਨੰਗਲ ਦੇ ਤੁਸੀਂ ਕਦੀ ਕਰੋ, ਇੰਪਰੂਵਮੈਂਟ ਕਰੋ, ਮੇਰੇ ਤੋਂ ਮੰਗੋ ਆ ਕੇ ਪੈਸੇ। ਅੱਜ ਅਸੀਂ 50 ਕਰੋੜ ਰੁਪਏ ਦੀ ਲਾਗਤ ਦੇ ਨਾਲ ਪੂਰੇ ਹਲਕੇ ਦੇ ਸਕੂਲਾਂ ਨੂੰ ਠੀਕ ਕਰ ਰਹੇ ਹਾਂ। ਅੱਜ ਸਿੱਖਿਆ ਕ੍ਰਾਂਤੀ ਦੇ ਵਿੱਚ ਯਾਨੀ ਪੰਜਾਬ ਦੇ ਵਿੱਚ ਹਰ ਸ਼ਖਸ ਇਹ ਮੰਨਦਾ, ਮੈਂ ਨਹੀਂ ਕਹਿੰਦਾ ਸਾਰੇ ਸਕੂਲ ਮੈਂ ਠੀਕ ਕਰਤੇ, ਪਰ ਇਹ ਮੰਨਦਾ ਕਿ ਨਹੀਂ, ਸਰਕਾਰੀ ਸਕੂਲਾਂ ਦੇ ਵਿੱਚ ਦਿਨ ਪ੍ਰਤੀ ਦਿਨ ਬਦਲਾਅ ਹੋ ਰਿਹਾ। ਜਦੋਂ ਮੈਨੂੰ ਮਹਿਕਮਾ ਮਿਲਿਆ ਸੀ ਉਸ ਦਿਨ ਉਦੋਂ ਵੀ ਇੰਨੀ ਖੁਸ਼ੀਆਂ, ਕਹਿੰਦੇ ਅੱਛਾ ਹੁਣ ਵਧੀਆ ਹੈ, ਧਰਨੇ ਲੱਗਣਗੇ, ਅਸੀਂ ਜਾ ਕੇ ਬੋਲਾਂਗੇ। ਹੁਣ ਜੇ ਕੋਈ ਧਰਨਾ ਲੱਗੇ, ਸਭ ਤੋਂ ਮੋਹਰੇ ਹੁੰਦੇ ਆ ਜਿਹੜੇ ਇੱਥੇ ਭਲਾਣ ਬੈਠੇ ਸੀ, ਉੱਥੇ ਬੈਠੇ ਸੀ। ਮੈਂ ਤੁਹਾਨੂੰ ਜਿਵੇਂ ਦੇਖੋ, ਕਿਸੇ ਦੇ ਨਾਲ ਕਿਸੇ ਦੀ ਵੀ ਬੱਚੇ ਦੀ ਯਾਨੀ ਪਰਮਾਤਮਾ ਕਿਸੇ ਤੋਂ ਵੀ ਉਸ ਦਾ ਬੱਚਾ ਨਾ ਖੋਵੇ, ਕਿਸੇ ਤੋਂ ਉਹਦਾ ਕੋਈ ਪਰਿਵਾਰਕ ਮੈਂਬਰ ਨਾ ਖੋਵੇ, ਪਰ ਕੀ ਉੱਥੇ ਜਾ ਕੇ ਕੀ ਬੋਲ ਕੇ ਹਰਜੋਤ ਬੈਂਸ ਨਹੀਂ ਚਾਹੁੰਦਾ। ਇਹ ਨੰਬਰ 1 ਮੈਂ ਕਿਹਾ ਕੀ ਕਸੂਰ ਹੈ ਜੀ? 12 ਵਾਰੀ ਉਸ ਸੜਕ ਤੇ ਮਿੱਟੀ ਪਵਾਈ, 12 ਵਾਰੀ। ਇਹ ਫਲਾਈਓਵਰ ਤੁਸੀਂ ਬਣਾਇਆ, ਉਹਦੇ ਲਈ ਪੈਸੇ ਅੜਦੇ ਅਸੀਂ। ਕੇਂਦਰ ਉਹਨੂੰ ਲਿਖਿਆ ਜੀ ਜਦੋਂ ਕਿ ਵੀ ਤੁਸੀਂ ਇੱਥੇ ਪੈਚ ਵਰਕ ਨਹੀਂ ਕਰ ਸਕਦੇ ਬਰਸਾਤਾਂ 'ਚ, ਉਹ ਰੂਲ ਤੜਵਾਉਣ ਲਈ ਮੈਂ ਅਫਸਰਾਂ ਨਾਲ ਲੜਦਾ। ਉੱਥੇ ਹਾਦਸਾ ਹੋ ਜਾਂਦਾ, ਉੱਥੇ ਜਾ ਕੇ ਕਰ ਜਿਵੇਂ ਇੱਲਾਂ ਨਹੀਂ ਹੁੰਦੀਆਂ, ਇੱਲਾਂ ਕਿ ਕਿਤੇ ਕੁਛ ਹੋ ਜਾਏ। ਭਰਤਗੜ੍ਹ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਭਰਤਗੜ੍ਹ ਦਾ ਇੱਕ ਯਾਨੀ ਉੱਥੇ ਆਲੋਵਾਲ ਦੇ ਵਿੱਚ ਇੱਕ ਮੁੰਡਾ ਪਬਲਿਕ ਸੈਂਡ ਮਾਈਨ, ਜਿਹੜੀਆਂ ਸਰਕਾਰੀ ਰੇਤ ਦੀਆਂ ਖੱਡਾਂ, ਉਹਦੇ ਥੱਲੇ ਆ ਕੇ ਮਰ ਗਿਆ। ਮੈਂ ਉਹਨਾਂ ਦੇ ਘਰ ਗਿਆ, ਉਸਦੇ ਪਿਤਾ ਘਰ ਦੇ ਵਿੱਚ ਬਹੁਤ ਗਰੀਬੀ, ਉਸਦੇ ਪਿਤਾ ਨੂੰ ਸਲਾਮ ਜ਼ਮੀਰ ਵਾਲ। ਉੱਥੇ ਪੁੱਜ ਗਏ 4-5 ਜਣੇ, ਜਿੰਨਾ ਟੋਲਾ ਹੈ। ਪਤਾ ਕੀ ਜਾ ਕੇ ਕਹਿੰਦੇ ਜੀ ਤੁਸੀਂ ਡੈੱਡ ਬੋਡੀ ਰੱਖੋ ਭਰਤਗੜ੍ਹ ਰੋਡ ਦੇ ਉੱਤੇ, ਤੁਹਾਨੂੰ ਅਸੀਂ ਪੈਸੇ ਦਵਾਵਾਂਗੇ, ਨਾਲੇ ਹਰਜੋਤ ਬੈਂਸ ਦਾ ਅਸੀਂ ਪੁਤਲਾ ਫੂਕਾਂਗੇ। ਉਹ ਕਹਿੰਦਾ ਜੀ ਮੇਰਾ ਰੱਬ ਜਾਣਦਾ, ਮੇਰਾ ਮੁੰਡਾ ਦਿਹਾੜੀ 'ਤੇ ਗਿਆ ਸੀ, ਸਰਕਾਰੀ ਸਾਈਟ ਸੀ, 550 ਰੁਪਇਆ ਰੋਜ਼ ਕਮਾਉਂਦਾ ਸੀ, ਮੈਂ ਗਲਤ ਕੰਮ ਨਹੀਂ ਕਰਨਾ। ਅਸੀਂ ਉਸ ਪਰਿਵਾਰ ਦੀ ਵੀ ਮਦਦ ਕੀਤੀ। ਯਾਨੀ ਇੱਦਾਂ ਕਰਦੇ ਕਿ ਕਿਸੇ ਨਾ ਕਿਸੇ ਤਰੀਕੇ 'ਚ ਕੋਈ ਨਾ ਕੋਈ ਕਰੋ ਜੀ। ਕਿੰਨੀ ਦੇਰ ਉੱਥੇ ਜੀ ਉਹ ਘਰ ਦਾ ਮਸਲਾ ਆ ਗਿਆ, ਉੱਥੇ ਮੈਂ ਕੋਈ ਸਾਇੰਟਿਸਟ ਬੁਲਾ ਲਓ ਦੁਨੀਆ ਦਾ, ਉਹ ਜਦੋਂ ਜਿਹੜੀ ਚੀਜ਼ ਆਪਾਂ ਬਣਾਈ ਖੱਡ 'ਤੇ ਹੈ, ਦਰਿਆ ਦੇ ਉੱਤੇ ਹੈ, ਉੱਥੇ ਰਿਲੀਫ ਵਰਕ ਵੀ ਜਾਣੀ ਆਪਾਂ ਇਹ ਨਹੀਂ ਦੇਖਦੇ, ਪਰ ਕੋਈ ਕਿਸੇ ਤੋਂ ਨਕਸ਼ਾ ਕੋਈ ਬੰਦਾ ਦਿਖਾ ਦੇਵੇ ਵੀ ਉਹ ਘਰ ਕਿੱਥੇ ਬਣਿਆ ਹੋਇਆ ਸੀ ਜੀ। 3 ਘੰਟੇ ਉਸ ਦਿਨ 3 ਘੰਟੇ ਕਿਹਦਾ ਨੁਕਸਾਨ ਹੋਇਆ? ਲੋਕਾਂ ਦਾ ਜੀ। ਸੜਕ ਜਾਮ ਕੀਤੀ 1.5 ਦਿਨ, ਕਿਹਦਾ ਨੁਕਸਾਨ ਹੋਇਆ? ਪਬਲਿਕ ਦਾ। ਇਸ ਕਰਕੇ ਇਹ ਮਾੜੇ ਅਨਸਰ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਨਹੀਂ ਸੁਧਰਨਗੇ ਇਹਨਾਂ 'ਤੇ ਕਾਰਵਾਈ ਵੀ ਕਰਾਂਗੇ। ਸਾਨੂੰ ਜੀ ਰਿਜੈਕਟ ਵੀ ਕੀਤਾ, ਇਹੀ ਚਾਹੁੰਦੇ ਆ, ਬਾਰ-ਬਾਰ ਇਹੀ ਚਾਹੁੰਦੇ ਆ ਕਿ ਕਿਸੇ ਤਰੀਕੇ ਨਾਲ ਕੋਈ ਇਨਸਾਨ ਜੇ ਚੰਗਾ ਕਰਮ ਕਰਨ ਲੱਗਿਆ ਉਹਨੂੰ ਰੋਕੋ, ਉਹਨੂੰ ਪਰੇਸ਼ਾਨ ਕਰੋ। ਪਰ ਇਹਨੂੰ ਇਹ ਨਹੀਂ ਪਤਾ ਲੋਕ ਬਹੁਤ ਸਿਆਣੇ ਹੈ। ਤੁਹਾਡੀ ਇਹਨਾਂ ਹਰਕਤਾਂ ਕਰਕੇ ਤੁਹਾਡਾ ਜੋ ਹਸ਼ਰ ਹੋਇਆ ਉਹ ਤੁਹਾਡੇ ਸਾਹਮਣੇ ਅਜੇ ਬਹੁਤਾ ਸਾਲ ਸਵਾ ਸਾਲ ਨਹੀਂ ਹੋਇਆ। ਮਾੜੀ ਨੀਤਾਂ ਨਾਲ ਕਦੀ ਕਿਸੇ ਨੂੰ ਨਹੀਂ ਕੁਛ ਮਿਲਣਾ। ਤੁਸੀਂ ਆਪਣਾ ਕੰਮ ਕਰੋ, ਚੰਗਾ ਪੋਜ਼ੀਟਿਵ ਏਜੰਡਾ ਲੈ ਕੇ ਆਓ, ਵਧੀਆ ਤੁਹਾਡੇ ਕੋਲ ਹਜੇ ਵੀ ਹੈ। ਨੰਗਲ ਦੇ ਕੋਲ 2-2.5 ਸਾਲ ਤੁਹਾਡੇ ਕੋਲ ਕਾਉਂਸਲ ਦੇ ਕੰਮ ਜੀ, ਕੰਮ ਕਰਕੇ ਦਿਖਾਓ, ਤੁਸੀਂ ਕੰਪੈਰੀਜ਼ਨ ਕਰਕੇ ਦਿਖਾਓ ਜੀ, ਸਾਡੀ ਨੰਗਲ ਆਹ ਦੇਖੋ ਜੀ, ਤੁਸੀਂ ਆਹ ਦੇਖੋ ਬਾਕੀ ਇਲਾਕਾ, ਪਰ ਨਹੀਂ ਉੱਧਰ ਨੂੰ ਨਹੀਂ ਤੁਰਨਾ, ਜਾਣ ਕੇ ਪਰੇਸ਼ਾਨੀ ਕ੍ਰੀਏਟ ਕਰਨੀ ਹੈ। ਕੋਈ ਗੱਲ ਨਹੀਂ ਜੀ, ਕਰਾਂਗੇ, ਸਾਰਿਆਂ ਦਾ ਵਕਤ ਆਊਗਾ ਹੈ ਜੀ। ਇੱਦਾਂ ਦੀਆਂ ਪਾਈਪਲਾਈਨਾਂ ਵੀ ਆ ਜਿਹੜੀਆਂ 15 ਸਾਲ ਤੋਂ ਪੈ ਗਈਆਂ, ਪਰ ਉਹਨਾਂ 'ਚੋਂ ਕਦੀ ਪਾਣੀ ਨਹੀਂ ਗਿਆ। ਤਾਂ ਇਹ ਇੰਨੇ ਹਾਲ ਹੈ। ਇੱਕ ਜਿਹਨੂੰ ਤੁਸੀਂ ਕਹਿੰਦੇ ਆ ਜਿੰਨਾ ਛੇੜਾਂਗੇ ਉਹਨਾਂ ਵੱਡਾ ਇਹਨਾਂ ਦੇ ਘਪਲੇ ਆ, ਪਰ ਇੱਧਰ ਨੂੰ ਤੁਰ ਰਹੇ ਆ ਤੇ ਨਾਲ ਹੀ ਲੋਕਾਂ ਨੂੰ ਰਿਸਪਾਈਟ ਵੀ ਆ। ਦੋਸਤ ਤੁਹਾਡੇ ਸਾਹਮਣੇ ਆ, ਤੁਹਾਡੇ ਸਾਹਮਣੇ ਅੱਜ ਮੈਂ ਇੱਥੇ ਹੀ ਬੈਠੂੰਗਾ। ਤੁਸੀਂ ਸ਼ਾਇਦ ਪਹਿਲਾਂ ਚਲੇ ਜਾਓ, ਪਰ ਮੈਂ ਇੱਥੇ ਹੀ ਬੈਠੂੰਗਾ, ਇਹਨੂੰ ਕਰਾ ਕੇ ਜਾਊਂਗਾ। ਮੇਰੀ ਜ਼ਿੰਮੇਵਾਰੀ ਹੈ, ਮੇਰਾ ਹਲਕਾ, ਮੇਰੇ ਲੋਕ ਹੈ, ਉਹਨਾਂ ਦਾ ਇੱਕ ਘੰਟਾ ਕਿਉਂਕਿ ਉਹਨੇ ਨਹੀਂ ਦੇਖਣਾ ਕੌਣ ਸੀ 4 ਸਾਲ ਪਹਿਲਾਂ। ਉਹ ਜਦੋਂ ਉੱਥੇ ਖੜਦੇ ਉਹ ਜਾਨੀ ਉਹਨਾਂ ਨੂੰ ਹੀ ਲੱਗਦਾ ਯਾਰ ਹਰਜੋਤ ਨਹੀਂ ਕੰਮ ਕਰਦਾ। ਇਸ ਕਰਕੇ ਮੇਰੀ ਵੱਡੀ ਕੰਮ ਹੈ। ਨਾਲੇ ਹੁਣੀ ਉਹ ਬੱਚੀ ਕੰਚਨ ਵਿਚਾਰੀ, ਉਹਦੀ ਜਾਨ ਗਈ ਆ। ਹੋਰ ਨਾ ਮੈਨੂੰ ਤਾਂ ਇਹ ਵੀ ਡਰ ਲੱਗਦਾ ਜਿਵੇਂ, ਇਸ ਕਰਕੇ ਇਹਦੇ 'ਤੇ ਲਗਾਤਾਰ ਤੁਸੀਂ ਇੱਥੇ ਨਿਸ਼ਚਿੰਤ ਰਹੋ। ਇਹਨੂੰ ਕਰਕੇ ਅਜੇ ਹੋ ਗਿਆ 14 ਦਿਨ ਬਾਅਦ ਇਹਦੀ ਸ਼ਟਰਿੰਗ ਖੁੱਲੂਗੀ। ਦੋਨੋਂ ਪਾਸੇ ਦੀ ਅਪਰੋਚ ਸੜਕਾਂ ਤੁਸੀਂ ਸਵੇਰੇ ਜਾ ਕੇ ਦੇਖ ਲਓ, ਦੋਨੋਂ ਪਾਸੇ ਲਗਾਤਾਰ ਕੰਮ ਚੱਲ ਰਿਹਾ। ਅਗਲੇ 14-15 ਦਿਨ ਨੂੰ ਬਿਲਕੁਲ ਰੈਡੀ ਕਰ ਦਾਂਗੇ। ਕੁਝ ਫਾਰਮੈਲਿਟੀਆਂ ਹੁੰਦੀਆਂ, ਇੱਕ ਫਲਾਈਓਵਰ ਜਦੋਂ ਬਣਦਾ ਉਹਦੇ ਟੈਸਟ ਹੁੰਦੇ ਆ, ਉਹ ਅਸੀਂ ਨਾਲ ਇਹਨਾਂ ਦੇ ਸ਼ੁਰੂ
ਕਰਵਾ ਦਿੱਤੇ ਹੈ। ਅਗਰ ਜੁਲਾਈ ਮਹੀਨੇ 'ਚ ਬਰਸਾਤਾਂ ਜਿੰਨੀਆਂ ਜ਼ਿਆਦਾ ਮੀਂਹ ਪਿਆ, ਅਗਰ ਉਹ ਨਾ ਪੈਂਦਾ ਤਾਂ ਅੱਜ ਅਸੀਂ ਤੁਹਾਨੂੰ ਇਹ ਫਲਾਈਓਵਰ ਪੂਰਾ 15-20 ਦਿਨ ਇਹ ਜਿਹੜਾ ਡਿਲੇ ਹੋਇਆ ਉਹਨਾਂ ਹੀ 15-20 ਅਗਸਤ ਦੇ ਵਿੱਚ ਬਿਲਕੁਲ ਰੈਡੀ ਹੋਊਗਾ। ਉਸ ਤੋਂ ਬਾਅਦ ਇਹਨੂੰ ਇਮੀਡੀਏਟਲੀ ਲੋਕਾਂ ਲਈ ਖੋਲਾਂਗੇ।